गुरु प्यारिओ, वाहिगुरु जी का खालसा, वाहिगुरु जी की फतेह। पिछले 10 ਦਿਨਾਂ ਤੋਂ ਦਾਸ ਸਾਹਿਬ ਜੀ ਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਅਤੇ ਸੰਪਾਦਨ ਵਿਸ਼ੇ ਦੀ ਵਿਚਾਰ ਸਾਂਝੀ ਕਰ ਰਹੇ। ਅੱਜ ਜਿਹੜੀ ਜਾਣਕਾਰੀ ਮੈਂ ਆਪ ਜੀ ਨਾਲ ਸਾਂਝੀ ਕਰਨ ਲੱਗਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕੁੱਲ 22 ਵਾਰਾਂ ਨੇ। ਸਭ ਤੋਂ ਪਹਿਲਾਂ ਤੇ ਵਾਰ ਕਹਿੰਦੇ ਕਿਹਨੂੰ ਨੇ? ਇਹ ਕਾਵਿ ਰਚਨਾ ਦਾ ਇੱਕ ਰੂਪ ਹੈ, ਲੇਕਿਨ ਇਹਦਾ ਪ੍ਰਚਲਨ ਜਿਹੜਾ ਆਮ ਤੌਰ ਤੇ ਰਜਵਾੜਿਆਂ ਦੇ ਵਿੱਚ ਸੀ। ਛੋਟੇ ਛੋਟੇ ਰਜਵਾੜੇ ਹੁੰਦੇ ਸਨ, ਆਪਸ ਦੇ ਵਿੱਚ ਲੜਦੇ ਰਹਿੰਦੇ ਸਨ। ਕਦੀ ਕਿਸੇ ਰਾਣੀ ਪਿੱਛੇ ਲੜ ਪੈਣਾ, ਕਦੀ ਜ਼ਮੀਨ ਦੇ ਟੁਕੜੇ ਪਿੱਛੇ ਲੜ ਪੈਣਾ, ਕਦੀ ਦੂਜੇ ਦੀ ਦੌਲਤ ਲੁੱਟਣ ਲਈ ਲੜ ਪੈਣਾ। ਇਹੀ ਚੱਲਦਾ ਰਿਹਾ। ਉਸ ਵੇਲੇ ਇਹ ਪ੍ਰਚਲਨ ਹੁੰਦਾ ਸੀ ਕਿ ਜਿਸ ਵੇਲੇ ਕਿਸੇ ਰਾਜੇ ਨੇ ਦੂਜੇ ਰਾਜੇ ਉੱਤੇ ਹਮਲਾ ਕਰਨਾ ਹੁੰਦਾ ਸੀ ਜਾਂ ਉਹਨੇ ਉਹਦਾ ਮੁਕਾਬਲਾ ਕਰਨਾ ਹੁੰਦਾ ਸੀ, ਤੇ ਉਹ ਕੁਝ ਕਵੀ ਸੱਜਣਾਂ ਨੂੰ ਬੁਲਾ ਕੇ, ਜਿਹੜੇ ਪਹਿਲਾਂ ਕੋਈ ਰਾਜੇ ਹੋਏ ਨੇ, ਰਾਜੇ ਜਾਂ ਹੋਰ ਯੋਧੇ ਜਿਨ੍ਹਾਂ ਨੇ ਜੰਗ ਦੇ ਵਿੱਚ ਬੜੇ ਕੋਈ ਸੂਰਮਤਾਈ ਵਿਖਾਈ ਹੈ, ਉਹਨਾਂ ਦੀਆਂ ਕਹਾਣੀਆਂ ਕਾਵਿ ਰੂਪ ਦੇ ਵਿੱਚ ਸੁਣਾਉਣੀਆਂ, ਗਾ ਕੇ ਸੁਣਾਉਣੀਆਂ, ਲੋਕਾਂ 'ਚ ਜੋਸ਼ ਭਰਨ ਲਈ, ਜਜ਼ਬਾ ਭਰਨ ਲਈ, ਤਾਂ ਕਿ ਉਸ ਫੌਜ ਦੇ ਵਿੱਚ ਜੋਸ਼ ਆ ਜਾਏ ਤੇ ਉਹ ਬੜੀ ਹਿੰਮਤ ਦੇ ਨਾਲ ਦੂਜੀ ਫੌਜ ਦਾ ਟਾਕਰਾ ਕਰ ਸਕੇ। ਇਹਨੂੰ ਵਾਰ ਕਿਹਾ ਜਾਂਦਾ ਸੀ। ਇਹਦਾ ਪ੍ਰਚਲਨ ਸਿੱਖ ਕੌਮ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਤੋਂ ਹੋਇਆ। ਜਿਸ ਵੇਲੇ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਤੋਂ ਬਾਅਦ ਸਤਿਗੁਰੂ ਨੇ ਫੌਜ ਬਣਾਈ ਤੇ ਉਸ ਵੇਲੇ ਵਾਰਾਂ ਦਾ ਇਸਤੇਮਾਲ ਕੀਤਾ ਗਿਆ। ਲੇਕਿਨ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵਾਰਾਂ ਜਿਹੜੀਆਂ ਨੇ, ਇਹ ਗੁਰੂ ਨਾਨਕ ਸਾਹਿਬ ਤੋਂ ਪ੍ਰਚਲਿਤ ਹੋ ਗਈਆਂ। ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕੁੱਲ 22 ਵਾਰਾਂ ਨੇ, ਜਿਨ੍ਹਾਂ ਦੀ ਲੜੀ ਇਸ ਤਰ੍ਹਾਂ ਹੈ। ਸ੍ਰੀ ਰਾਗ ਕੀ ਵਾਰ ਮਹਲਾ ਚੌਥਾ, ਚੌਥੇ ਪਾਤਸ਼ਾਹ ਦੀ ਉਚਾਰਨ ਕੀਤੀ। ਫਿਰ ਵਾਰ ਮਾਝ ਕੀ ਮਹਲਾ ਪਹਿਲਾ, ਗੌੜੀ ਕੀ ਵਾਰ ਮਹਲਾ ਚੌਥਾ। ਗੌੜੀ ਰਾਗ ਦੇ ਵਿੱਚ 2 ਵਾਰਾਂ ਨੇ, ਗੌੜੀ ਕੀ ਵਾਰ ਮਹਲਾ ਚੌਥਾ ਤੇ ਫਿਰ ਗੌੜੀ ਕੀ ਵਾਰ ਮਹਲਾ ਪੰਜਵਾਂ। ਆਸਾ ਦੀ ਵਾਰ, ਆਸਾ ਮਹਲਾ ਪਹਿਲਾ ਵਾਰ ਸ਼ਲੋਕਾਂ ਨਾਲ ਗੁਰੂ ਨਾਨਕ ਸਾਹਿਬ ਜੀ ਉਚਾਰਨ ਕੀਤੀ ਹੋਈ। ਗੁਜਰੀ ਕੀ ਵਾਰ ਮਹਲਾ ਤੀਜਾ, ਗੁਜਰੀ ਕੀ ਵਾਰ ਮਹਲਾ ਪੰਜਵਾਂ। ਇਸ ਤਰ੍ਹਾਂ ਗੁਜਰੀ ਰਾਗ ਦੇ ਵਿੱਚ ਵੀ 2 ਵਾਰਾਂ ਨੇ। ਬਿਹਾਗੜੇ ਕੀ ਵਾਰ ਮਹਲਾ ਪੰਜਵਾਂ, ਵਡਹੰਸ ਕੀ ਵਾਰ ਮਹਲਾ ਚੌਥਾ, ਸੋਰਠ ਵਾਰ ਮਹਲਾ ਚੌਥਾ ਕੀ, ਜੈਤਸਰੀ ਮਹਲਾ ਪੰਜਵਾਂ ਵਾਰ, ਵਾਰ ਸੂਹੀ ਕੀ ਮਹਲਾ ਤੀਜਾ, ਬਿਲਾਵਲ ਕੀ ਵਾਰ ਮਹਲਾ ਚੌਥਾ, रामकली की वार मल्ला तीजा, रामकली की वार मल्ला पंजवा, रामकली की वार रायल बलवंड तथा सत्ते डूम आकी। इस तरह रामकली राग दे विच 3 वारां ने। मारू वार महला तीजा, मारू वार महला पंजवा दखने। इस तरह मारू राग दे विच भी 2 वारां ने। बसंत की वार महला पंजवा, सारंग की वार महला चौथा ਤੇ ਫਿਰ ਵਾਰ ਮਲਾਰ ਕੀ ਮਹੱਲਾ ਪਹਿਲਾ ਤੇ ਕਾਂਗੜੇ ਕੀ ਵਾਰ ਮਹੱਲਾ ਚੌਥਾ। ਇਹ ਕੁੱਲ 22 ਵਾਰਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ। ਇਹਨਾਂ ਵਿੱਚ ਸਭ ਤੋਂ ਜ਼ਿਆਦਾ ਪ੍ਰਚਲਿਤ ਵਾਰ ਜਿਹੜੀ ਹੈ ਆਸਾ ਕੀ ਵਾਰ ਹੈ, ਜਿਹਦਾ ਹਰ ਰੋਜ਼ ਕੀਰਤਨ ਅੰਮ੍ਰਿਤ ਵੇਲੇ ਗੁਰਦੁਆਰਾ ਸਾਹਿਬ ਵਿੱਚ ਕਰਨ ਦੀ ਰਵਾਇਤ ਹੈ। ਮੈਂ ਇੱਕ ਬੇਨਤੀ ਕਰ ਰਿਹਾ, ਇਹ ਮਰਿਆਦਾ ਨਹੀਂ, ਰਵਾਇਤ ਹੈ ਜਿਹੜੀ ਚੱਲ ਪਈ ਔਰ ਹਰ ਜਗ੍ਹਾ ਜਿਹੜੀ ਚੱਲ ਰਹੀ। ਕਿਉਂਕਿ ਦਰਬਾਰ ਸਾਹਿਬ ਤੋਂ ਵੇਖਿਆ ਜਾਂਦਾ ਹੈ, ਦਰਬਾਰ ਸਾਹਿਬ 'ਚ ਸਵੇਰੇ ਸਭ ਤੋਂ ਪਹਿਲਾਂ ਆਸਾ ਦੀ ਵਾਰ ਪੜ੍ਹੀ ਜਾਂਦੀ ਹੈ ਤੇ ਇਹਦਾ ਪ੍ਰਚਲਨ ਜਿਹੜਾ ਹੈ ਸਾਰੀ ਸਿੱਖ ਕੌਮ ਦੇ ਵਿੱਚ ਹੋ ਗਿਆ। ਇਹਨਾਂ ਵਿੱਚ ਸਭ ਤੋਂ ਛੋਟੀ ਵਾਰ ਜਿਹੜੀ ਹੈ ਉਹ ਬਸੰਤ ਕੀ ਵਾਰ ਹੈ। ਅੱਜ ਕੱਲ੍ਹ ਆਪ ਜੀ ਨੇ ਵੇਖਿਆ ਹੋਏਗਾ, ਰੋਜ਼ ਗੁਰੂ ਦਰਬਾਰ ਸਾਹਿਬ ਦੇ ਵਿੱਚ ਹਰ ਰਾਗੀ ਜਿਹੜਾ ਹੈ ਉਹ ਸ਼ਬਦ ਗਾਇਨ ਕਰਨ ਤੋਂ ਬਾਅਦ ਇੱਕ ਪੌੜੀ ਬਸੰਤ ਕੀ ਵਾਰ ਦੀ ਪੜ੍ਹਦਾ ਹੈ। ਇਹਦੇ ਵਿੱਚ ਕੁੱਲ 3 ਪੌੜੀਆਂ ਨੇ। ਬਾਕੀ 20 ਵਾਰਾਂ ਦੇ ਨਾਲ ਸ਼ਲੋਕ ਜੁੜੇ ਹੋਏ ਨੇ। ਇੱਥੇ ਇੱਕ ਹੋਰ ਬੇਨਤੀ ਕਰਾਂ,
ਕਿ ਵਾਰਾਂ ਦੇ ਨਾਲ ਸ਼ਲੋਕ ਓਰੀਜਨਲੀ ਨਹੀਂ ਸਨ। ਜਿਸ ਲਈ ਗੁਰੂ ਅਰਜਨ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪਾਦਨ ਕਰਾਇਆ ਤੇ ਉਹਨਾਂ ਪੌੜੀਆਂ ਦੇ ਨਾਲ ਢੁਕਦੇ, ਉਹਨਾਂ ਸਿਧਾਂਤਾਂ ਦੇ ਨਾਲ ਮੇਲ ਖਾਂਦੇ ਜਾਂ ਉਹਨਾਂ ਸਿਧਾਂਤਾਂ ਦੀ ਕੋਈ ਸਪਸ਼ਟਤਾ ਕਰਦੇ ਸ਼ਲੋਕ ਜਿਹੜੇ ਨੇ ਨਾਲ ਜੋੜ ਦਿੱਤੇ। ਆਪ ਜੀ ਕਹੋਗੇ ਵੀ ਇਹ ਮੈਂ ਕਿਸ ਆਧਾਰ ਤੇ ਕਹਿ ਰਿਹਾ? ਉਹਦੇ ਦੋ ਆਧਾਰ ਨੇ, ਬੜੇ ਮਜ਼ਬੂਤ ਆਧਾਰ ਨੇ। ਪਹਿਲਾ ਆਧਾਰ ਤੇ ਕਿ ਹੁਣ ਗੁਰੂ ਨਾਨਕ ਸਾਹਿਬ ਦੀ ਆਸਾ ਦੀ ਵਾਰ ਜਿਹੜੀ ਹੈ, ਉੱਪਰ ਤੇ ਲਿਖਿਆ ਸ਼ਲੋਕ ਵੀ ਮੱਲੇ ਪਹਿਲੇ ਕੇ ਲਿਖੇ, ਲੇਕਿਨ ਨਾਲ ਗੁਰੂ ਅੰਗਦ ਸਾਹਿਬ ਦੇ ਸ਼ਲੋਕ ਵੀ ਆ ਜਾਂਦੇ ਨੇ ਉਹਦੇ ਵਿੱਚ। ਜਿਸ ਲਈ ਗੁਰੂ ਨਾਨਕ ਸਾਹਿਬ ਨੇ ਉਚਾਰਨ ਕੀਤੀ, ਗੁਰੂ ਅੰਗਦ ਸਾਹਿਬ ਤੇ ਸਾਨੀ ਨਹੀਂ, ਤੇ ਫਿਰ ਗੁਰੂ ਅੰਗਦ ਸਾਹਿਬ ਦੇ ਕਿਉਂ ਜੋੜੇ ਗਏ? ਫਿਰ ਵਾਰਾਂ ਦੇ ਨਾਲ ਕਈ ਜਗ੍ਹਾ ਤੇ ਸੰਕੇਤ ਆਉਂਦਾ ਸ਼ੁੱਧ ਜਾਂ ਸ਼ੁੱਧ ਕੀਚੇ, ਉਹ ਇਸੇ ਲਈ ਜੋੜਿਆ ਗਿਆ ਕਿ ਇਹ ਭੁਲੇਖਾ ਨਾ ਪੈ ਜਾਏ ਕਿ ਵਾਰ ਕਿਸੇ ਹੋਰ ਗੁਰੂ ਸਾਹਿਬ ਦੀ ਹੈ ਤੇ ਸ਼ਲੋਕ ਕਿਸੇ ਹੋਰ ਗੁਰੂ ਸਾਹਿਬ ਦੇ ਨੇ। ਆਪ ਗੁਰੂ ਸਾਹਿਬ ਨੇ ਇਹ ਜੋੜੇ ਨੇ, ਤੇ ਜਿੱਥੇ ਕਿਤੇ ਲੋੜ ਪਈ ਹੈ ਉੱਥੇ ਸ਼ੁੱਧ ਕੀਚੇ ਲਿਖ ਦਿੱਤਾ ਵੀ ਇਹਨੂੰ ਸ਼ੁੱਧ ਕਰੋ, ਇਹਦੇ ਵਿੱਚ ਕੁਝ ਕਸਰ ਹੈ। ਜੇ ਆਉਂਦੇ ਨੇ ਤੇ ਫਿਰ ਉਸੇ ਲੜੀ ਚ ਆਉਂਦੇ ਨੇ। ਇੱਕ ਪੌੜੀ ਦੇ ਨਾਲ ਜਿਹੜੇ ਸ਼ਲੋਕ ਹੋਣਗੇ, ਪਹਿਲਾਂ ਗੁਰੂ ਨਾਨਕ ਸਾਹਿਬ ਦੇ ਨੇ ਤੇ ਗੁਰੂ ਨਾਨਕ ਸਾਹਿਬ ਦੇ, ਫਿਰ ਗੁਰੂ ਅੰਗਦ ਸਾਹਿਬ ਦੇ, ਅਮਰਦਾਸ ਸਾਹਿਬ ਦੇ, ਜੇ ਉਹਨਾਂ ਦੇ ਇਸ ਤਰ੍ਹਾਂ ਇੱਕੋ ਲੜੀ ਦੇ ਵਿੱਚ ਇੱਕੋ ਪੌੜੀ ਦੇ ਨਾਲ ਅਲੱਗ-ਅਲੱਗ ਆ ਰਹੇ ਨੇ ਤਾਂ ਫਿਰ ਬਾਅਦ ਦੇ ਵਿੱਚ ਲਿਖੇ ਸ਼ਲੋਕ ਵਾਰਾਂ ਤੋਂ ਵਧੀਕ। ਦੱਸੋ ਸਪਸ਼ਟ ਹੈ ਕਿ ਜਿਹੜੇ ਸ਼ਲੋਕ ਵਾਰਾਂ ਨਾਲ ਜੋੜੇ ਗਏ, ਉਹਨਾਂ ਤੋਂ ਜਿਹੜੇ ਬਚ ਗਏ ਵਧੀਕ ਸ਼ਲੋਕ ਸਨ ਜਿਹੜੇ ਉਚਾਰਨ ਕੀਤੇ ਸਤਿਗੁਰੂ ਸਾਹਿਬਾਨ ਨੇ, ਉਹਨਾਂ ਨੂੰ ਬਾਅਦ ਦੇ ਵਿੱਚ ਜਿਹੜਾ ਦਰਜ ਕਰਤਾ। ਇੱਥੋਂ ਦੋ ਗੱਲਾਂ ਤੋਂ ਬੜਾ ਸਪਸ਼ਟ ਪਤਾ ਲੱਗਦਾ ਕਿ ਇਹ ਸ਼ਲੋਕ ਜਿਹੜੇ ਨੇ ਬਾਅਦ ਦੇ ਵਿੱਚ ਗੁਰੂ ਅਰਜਨ ਸਾਹਿਬ ਨੇ ਨਾਲ ਜੋੜੇ ਨੇ। ਹੁਣ ਇਸ ਸਭ ਤੋਂ ਛੋਟੀ ਵਾਰ ਹੈ ਬਸੰਤ ਕੀ ਵਾਰ, ਇਹਦੀਆਂ ਕੁੱਲ 3 ਪੌੜੀਆਂ ਨੇ। ਔਰ ਇੱਥੇ ਇੱਕ ਹੋਰ ਬੜਾ ਫਰਕ, ਛੋਟਾ ਜਿਹਾ ਫਰਕ ਹੈ, ਗੁਰੂ ਗ੍ਰੰਥ ਸਾਹਿਬ ਛਪਾਈ ਦੇ ਵਿੱਚ ਇਹ ਬਸੰਤ ਕੀ ਵਾਰ ਮਹੱਲ ਪੰਜਵਾਂ ਲਿਖਿਆ ਹੋਇਆ, ਹਾਲਾਂਕਿ ਉਹਦਾ ਕੋਈ ਖਾਸ ਫਰਕ ਨਹੀਂ ਪੈਂਦਾ ਤੇ ਮਹੱਲਾ ਪੰਜਵਾਂ ਨਹੀਂ ਲਿਖਿਆ, ਸਿਰਫ ਆਪ ਦੀ ਜਾਣਕਾਰੀ ਵਾਸਤੇ। ਇਹਦੀਆਂ ਕੁੱਲ 3 ਪੌੜੀਆਂ ਨੇ, ਜਿਨ੍ਹਾਂ ਨੂੰ ਇਕੱਠੀ ਵਾਰ ਗਾਉਣ ਦੀ ਬਜਾਏ ਹਰ ਰਾਗੀ ਜਿਹੜਾ 1-2 ਸ਼ਬਦਾਂ ਦੇ ਬਾਅਦ ਇੱਕ ਪੌੜੀ ਜਿਹੜੀ ਹੈ ਉਹਦੀ ਗਾਇਨ ਕਰ ਦਿੰਦਾ। ਇਹ ਕਿਵੇਂ ਰਵਾਇਤ ਪਾਈ, ਕਿਵੇਂ ਕਿਸ ਨੇ ਪਾਈ, ਇਹ ਨਹੀਂ ਮੈਂ ਕਹਿ ਸਕਦਾ। ਹਾਲਾਂਕਿ ਖਿਮਾ ਕਰਨਾ, ਅੱਜ ਕੱਲ੍ਹ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਤਾਬਕ ਅੱਜ ਦੇ ਤੱਕ ਬਸੰਤ ਦਾ ਰੁੱਤ ਨਹੀਂ ਸ਼ੁਰੂ ਹੋਈ, ਅਸੀਂ ਪਹਿਲਾਂ ਸ਼ੁਰੂ ਕਰ ਦਿੱਤੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਮੁਤਾਬਕ ਜਿਹੜੀ ਬਸੰਤ ਰੁੱਤ ਹੈ ਚੇਤ ਤੇ ਵਿਸਾਖ ਹੈ। ਦਰਬਾਰ ਸਾਹਿਬ ਦੇ ਵਿੱਚ ਪਤਾ ਨਹੀਂ ਕਿਵੇਂ ਰਵਾਇਤ ਚੱਲਦੀ ਪਈ ਹੈ, ਇੰਨੀ ਪਹਿਲਾਂ ਹੀ ਜਿਹੜੀ ਹੈ ਸ਼ੁਰੂ ਕਰ ਦਿੱਤੀ ਜਾਂਦੀ ਹੈ। ਦੂਸਰੀ ਵਾਰ ਜਿਹਦੇ ਨਾਲ ਕੋਈ ਪੌੜੀ ਨਹੀਂ, ਉਹ ਹੈ ਰਾਮਕਲੀ ਕੀ ਵਾਰ, ਰਾਏ ਬਲਵੰਡ ਤਥਾ ਸੱਤੈ ਡੂੰਗਾਖੀ। ਭਾਈ ਸੱਤਾ ਜੀ ਤੇ ਬਲਵੰਡ ਜੀ ਜਿਹੜੇ ਗੁਰੂ ਅਰਜਨ ਸਾਹਿਬ ਜੀ ਦੇ ਦਰ ਤੇ ਕੀਰਤਨੀਏ ਸਨ, ਉਹਨਾਂ ਦੀ ਵਾਰ ਦਰਜ ਕੀਤੀ ਗਈ ਹੈ। ਮੈਂ ਪਹਿਲਾਂ ਵਿਚਾਰ ਕਰ ਚੁੱਕਾ, ਉਹਨੂੰ ਮੈਂ ਦੁਬਾਰਾ ਨਹੀਂ ਦੁਹਰਾਵਾਂਗਾ। ਇਹਦੀਆਂ 8 ਪੌੜੀਆਂ ਨੇ। ਪਹਿਲੀਆਂ 5 ਪੌੜੀਆਂ ਭਾਈ ਬਲਵੰਡ ਜੀ ਦੀਆਂ ਉਚਾਰਨ ਕੀਤੀਆਂ ਹੋਈਆਂ ਨੇ, ਤੇ ਮਗਰ ਨੇ 3 ਪੌੜੀਆਂ ਭਾਈ ਸੱਤਾ ਜੀ ਦੀਆਂ ਉਚਾਰਨ ਕੀਤੀਆਂ ਹੋਈਆਂ ਨੇ। ਇਹ ਇੱਕੋ ਵਾਰ ਹੈ ਜਿਹੜੀ ਕਿਸੇ ਗੁਰੂ ਵਿਅਕਤੀ ਨੇ ਨਹੀਂ ਉਚਾਰਨ ਕੀਤੀ, ਬਾਕੀ 21 ਵਾਰਾਂ ਕਿਸੇ ਨਾ ਕਿਸੇ ਗੁਰੂ ਸ਼ਖਸੀਅਤ ਨੇ ਉਚਾਰਨ ਕੀਤੀਆਂ ਨੇ, ਗੁਰੂ ਸਾਹਿਬਾਨ ਨੇ ਉਚਾਰਨ ਕੀਤੀਆਂ ਨੇ। ਇਹ ਜਿਹੜੀ ਹੈ ਇਹ ਗੁਰਸਿੱਖਾਂ ਨੇ ਉਚਾਰਨ ਕੀਤੀ ਹੈ। ਔਰ ਇਹਦੇ ਨਾਲ ਵੀ ਕੋਈ ਸ਼ਲੋਕ ਨਹੀਂ, ਜਿਸ ਤਰ੍ਹਾਂ ਬਸੰਤ ਕੀ ਵਾਰ ਦੇ ਨਾਲ ਕੋਈ ਸ਼ਲੋਕ ਨਹੀਂ, ਇਹਦੇ ਨਾਲ ਵੀ ਕੋਈ ਸ਼ਲੋਕ ਨਹੀਂ। ਇਹਦੇ ਵਿੱਚ ਵੀ ਸਿਰਫ 5 ਪੌੜੀਆਂ ਭਾਈ ਬਲਵੰਡ ਜੀ ਦੀਆਂ, 3 ਪੌੜੀਆਂ ਭਾਈ ਸੱਤਾ ਜੀ ਦੀਆਂ, ਕੁੱਲ 8 ਪੌੜੀਆਂ ਨੇ। ਔਰ ਇਹ ਬਹੁਤ ਸਾਰੇ ਗੁਰਮਤਿ ਦੇ ਲਾਸਾਨੀ ਸਿਧਾਂਤ ਸਾਨੂੰ ਦ੍ਰਿੜ ਕਰਾਉਂਦੀਆਂ ਨੇ, ਜਿਨ੍ਹਾਂ ਵਿੱਚ ਇੱਕ ਦੋ ਦੀ ਗੱਲ ਅਸੀਂ ਪਹਿਲਾਂ ਕਰ ਚੁੱਕੇ ਹਾਂ। ਇੱਥੇ ਵਿਸ਼ਾ ਜਿਹੜਾ ਹੈ ਉਹਦੀ ਵਿਚਾਰ ਕਰਨੀ ਨਹੀਂ, ਜਾਣਕਾਰੀ ਆਪ ਜੀ ਤੱਕ ਪਹੁੰਚਾਉਣੀ ਹੈ ਇਸ ਵਿਸ਼ੇ ਦੇ ਵਿੱਚ, ਇਸ ਕਰਕੇ ਮੈਂ ਉਹਦੀ ਵਿਆਖਿਆ ਦੇ ਵਿੱਚ ਨਹੀਂ ਜਾ ਰਿਹਾ। ਅਜੇ ਕੁਝ ਜਾਣਕਾਰੀ ਬਾਕੀ ਰਹਿੰਦੀ ਹੈ ਗੁਰੂ ਗ੍ਰੰਥ ਸਾਹਿਬ ਜੀ ਬਾਰੇ, ਆਪ ਜੀ ਨਾਲ ਉਹ ਵੀ ਅੱਗੇ ਸਾਂਝੀ ਕਰਾਂਗਾ। ਅੱਜ ਬਸ ਇਤਨਾ ਇੱਕ ਬਚਨ ਪ੍ਰਵਾਨ ਕਰਨਾ, ਹੋਈਆਂ ਭੁੱਲਾਂ ਵਾਸਤੇ ਖਿਮਾ ਬਖਸ਼ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਨੂੰ ਜਾਪਦਾ ਥੋੜੀ ਜਿਹੀ ਜਾਣਕਾਰੀ ਦੇਣੀ ਰਹਿ ਗਈ ਹੈ, ਇਸ ਲਈ ਨਾਲ ਦੁਬਾਰਾ ਐਡ ਕਰ ਰਿਹਾ।
ਜਿਹੜੀਆਂ ਵਾਰਾਂ ਗਾਉਣ ਦਾ ਸਿਲਸਿਲਾ ਗੁਰੂ ਹਰਗੋਬਿੰਦ ਸਾਹਿਬ ਨੇ ਸ਼ੁਰੂ ਕਰਾਇਆ, ਉਹ ਅੱਜ ਸਾਡੇ ਢਾਡੀ ਸਿੰਘ ਜਿਹੜੇ ਨੇ ਉਹ ਉਸੇ ਮਰਿਆਦਾ ਨੂੰ ਅੱਗੇ ਚਲਾ ਰਹੇ ਨੇ, ਮਰਿਆਦਾ ਕਹਿ ਲਓ, ਉਸੇ ਰਵਾਇਤ ਨੂੰ ਅੱਗੇ ਚਲਾ ਰਹੇ ਨੇ। ਉਹ ਆਪਣੀਆਂ ਇਹੋ ਜਿਹੀਆਂ ਸਿੱਖ ਯੋਧਿਆਂ ਦੀਆਂ ਵਾਰਾਂ ਤਿਆਰ ਕਰਕੇ ਤੇ ਆਪ ਜੀ ਅੱਗੇ ਪੇਸ਼ ਕਰਦੇ ਨੇ। ਸਿੱਖ ਇਤਿਹਾਸ ਦੇ ਕੁਝ ਨਜ਼ਾਰੇ ਜਿਹੜੇ ਨੇ ਉਹ ਤਿਆਰ ਕਰਕੇ ਆਪ ਜੀ ਅੱਗੇ ਪੇਸ਼ ਕਰਦੇ ਨੇ। ਲੇਕਿਨ ਜਿਹੜੀਆਂ ਵਾਰਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਨੇ, ਇਹ ਜੰਗੀ ਤਾਕਤ ਵਾਸਤੇ ਨਹੀਂ, ਆਤਮਿਕ ਬਲ ਵਾਸਤੇ ਨੇ। ਕਿਉਂਕਿ ਸਿੱਖ ਨੇ ਸਾਰੀ ਜ਼ਿੰਦਗੀ ਵਿਕਾਰਾਂ ਦੇ ਨਾਲ, ਸਮਾਜਿਕ ਬੁਰਾਈਆਂ ਦੇ ਨਾਲ ਜੰਗ ਕਰਨਾ ਹੈ। ਉਹਦੇ ਵਾਸਤੇ ਇੱਕ ਬੜੇ ਵੱਡੇ ਆਤਮਿਕ ਬਲ ਦੀ ਲੋੜ ਹੈ। ਸਿੱਖ ਦੇ ਅੰਦਰ ਉਹ ਆਤਮਿਕ ਬਲ ਭਰਨ ਦੇ ਵਾਸਤੇ ਗੁਰੂ ਸਾਹਿਬਾਨ ਨੇ ਇਹ ਵਾਰਾਂ ਉਚਾਰਨ ਕੀਤੀਆਂ ਨੇ, ਜਿਹਦੇ ਵਿੱਚ ਆਤਮਾ ਨੂੰ ਬਲਵਾਨ ਕਰਨ ਵਾਲੇ ਨੁਕਤੇ ਤੇ ਹੈ ਹੀ ਨਹੀਂ ਨੇ, ਨਾਲ ਉਹ ਚੀਜ਼ਾਂ ਜਿਹੜੀਆਂ ਸਾਡੀ ਆਤਮਾ ਨੂੰ ਕਮਜ਼ੋਰ ਕਰ ਸਕਦੀਆਂ ਨੇ, ਉਹਨਾਂ ਪ੍ਰਤੀ ਵੀ ਸਾਨੂੰ ਸੁਚੇਤ ਕੀਤਾ ਗਿਆ ਵੀ ਇਹਨਾਂ ਕੋਲੋਂ ਸੁਚੇਤ ਰਹਿਣਾ ਤੇ ਆਹ ਗੁਣ ਅਪਣਾਉਣੇ ਨੇ, ਜਿੱਦਾਂ ਤੁਹਾਡੀ ਆਤਮਾ ਬਲਵਾਨ ਰਹੇਗੀ। ਮੈਂ ਹੋਰ ਦੀ ਗੱਲ ਨਾ ਕਰਾਂ, ਹੁਣੇ ਮੈਂ ਬੇਨਤੀ ਕੀਤੀ ਸੀ ਕਿ ਸਭ ਤੋਂ ਪ੍ਰਚਲਿਤ ਵਾਰ ਆਸਾ ਦੀ ਵਾਰ ਹੈ। ਜੇ ਕਿਤੇ ਆਸਾ ਦੀ ਵਾਰ ਨੂੰ ਇੱਕ ਵਾਰੀ ਵਿਚਾਰ ਹੀ ਲਈਏ, ਸਮਝ ਲਈਏ ਅੱਛੀ ਤਰ੍ਹਾਂ, ਤੇ ਆਪਣੇ ਆਪ 'ਚ ਮਹਿਸੂਸ ਕਰ ਸਕਦੇ ਹਾਂ ਵੀ ਜੀਵਨ ਦੇ ਵਿੱਚ ਕਿੰਨੀ ਵੱਡੀ ਤਬਦੀਲੀ ਆਈ ਹੈ, ਕਿੰਨੀ ਉਚਾਈ ਦੇ ਵਿੱਚ ਕਿੰਨਾ ਬਲਵਾਨ ਹੋਇਆ ਮਨ। ਅਸੀਂ ਸਿਰਫ ਪੜ੍ਹਨ ਤੱਕ ਸੀਮਤ ਹੋ ਗਏ। ਖਿਮਾ ਕਰਨਾ, ਮੈਨੂੰ ਮਹਿਸੂਸ ਹੋਇਆ ਇਹ ਕਮੀ ਰਹਿ ਗਈ ਹੈ, ਇਸ ਕਰਕੇ ਨਾਲ ਇਹ ਆਡੀਓ ਜੋੜਨੀ ਪਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।